पेश है विज्ञान लड़ीवार आउण वाला कल दी 12वीं कड़ी। ਅਸੀਂ ਪੇਸ਼ ਕਰਾਂਗੇ ਅੱਜ ਕਿ ਕਿਵੇਂ ਮਾਹਰ ਪ੍ਰਣਾਲੀਆਂ ਤੇ ਬਣਾਉਟੀ ਬੁੱਧੀ ਦੇ ਸੁਮੇਲ ਤੋਂ ਬਾਅਦ ਦਾ ਅਗਲਾ ਪੜਾਅ ਹੈ ਦ੍ਰਿਸ਼ਟੀ ਪ੍ਰਣਾਲੀਆਂ ਦੇ ਵਿਕਾਸ ਦਾ। ਲਓ ਸੁਣੋ ਸਾਡੇ ਇਹਨਾਂ ਕਲਾਕਾਰਾਂ ਦੀ ਜ਼ੁਬਾਨੀ ਸਾਡੀ ਅੱਜ ਦੀ ਕੜੀ ਦ੍ਰਿਸ਼ਟੀ ਪ੍ਰਣਾਲੀਆਂ ਅਤੇ ਬਣਾਉਟੀ ਬੌਧਿਕਤਾ ਦੇ ਮਹੱਤਵ ਦੀ। ਹੈਲੋ ਰਣਜੀਤ। ਹਾਂ ਰਕੇਸ਼। ਸੁਰਜੀਤ ਕਿੱਥੇ ਹੈ? ਉਹ ਸਵੇਰ ਤੋਂ ਦਿਖਾਈ ਨਹੀਂ ਦਿੱਤੀ। ਲੈ ਤੂੰ ਫਿਕਰ ਨਾ ਕਰ ਓਏ, ਉਹ ਆਪਣੇ ਪ੍ਰੋਜੈਕਟ ਦੀ ਸ਼ੂਟਿੰਗ 'ਚ ਰੁੱਝੀ ਹੋਣੀ ਐ। ਸ਼ੂਟਿੰਗ? ਹਾਂ। ਕਿਵੇਂ ਦੀ ਸ਼ੂਟਿੰਗ? ਉਹ ਅਸੀਂ ਆਪਣੇ ਡਰਾਮੇ ਦੀ ਸਟੋਰੀ ਲਾਈਨ ਤਿਆਰ ਕਰਨੀ ਹੈ। ਅਸਲ 'ਚ ਨਾ ਉਹ ਕਿਸੇ ਪ੍ਰਸਿੱਧ ਬ੍ਰਾਂਡ ਦੇ ਪ੍ਰੋਡਕਟ ਦੀ ਗੱਲ ਕਰ ਰਹੀ ਸੀ ਤੇ ਸ਼ਾਇਦ ਉਹਨੂੰ ਕਿਸੇ ਰੈਪਿਊਟਡ ਸਟੋਰ ਤੋਂ ਨੁਕਸਦਾਰ ਪੀਸ ਮਿਲ ਗਿਆ। ਤੇ ਇਹਦੇ 'ਚ ਨਵਾਂ ਕੀ ਹੈ? ਬਸ ਉਹਨੇ ਠਾਣ ਲਿਆ ਕਿ ਇਹਦੀ ਤਹਿ ਤੱਕ ਜਾਣਾ ਹੈ। ਫਿਰ ਹੁਣ ਉਹ ਇਹ ਕੰਮ ਕਰਕੇ ਹੀ ਦਮ ਲਏਗੀ। हेलो एवरीवन। और भाई दोस्तों की चल रहा है? ਹੈਲੋ ਹੈਲੋ ਸੁਰਜੀਤ। ਹੈਲੋ। मेरी चुगली या कोई और डिस्कशन कर रहे सी? ਵੇਖੋ ਪ੍ਰੋਡਿਊਸਰ ਸਾਡੇ ਦਰਮਿਆਨ ਆ ਗਏ ਨੇ। ਉਹ ਨਹੀਂ ਨਹੀਂ ਰਕੇਸ਼, ਪ੍ਰੋਡਿਊਸਰ ਘੱਟ ਡਾਇਰੈਕਟਰ ਵੱਧ ਹੈ। रंजीत सिंह मजाक ना करो। मैनू दस्या गया है कि पहला पीरियड खाली है ਤੇ ਪ੍ਰੋਫੈਸਰ ਅਮਨ ਆਪਣੀ ਰੋਜ਼ਾਨਾ ਦੀ ਕਲਾਸ ਸ਼ਡਿਊਲ ਦੇ ਅਨੁਸਾਰ ਹੀ ਲੈਣਗੇ। ਵਾਹ, ਤੇ ਤੁਸੀਂ ਇਹ ਟਾਈਮ ਮੈਨੇਜਮੈਂਟ ਕਿੱਥੋਂ ਸਿੱਖਿਆ? ਕਮ ਔਨ ਯਾਰ, ਮੈਂ ਤਾਂ ਆਪਣੇ ਪ੍ਰੋਜੈਕਟ 'ਚ ਰੁੱਝੀ ਹੋਈ ਸੀ। ਇਹ ਮੇਰੇ ਲਈ ਬਹੁਤ ਹੀ ਇੰਪੋਰਟੈਂਟ ਹੈ ਤੇ ਇਸ ਨੂੰ ਮੈਂ ਬਹੁਤ ਛੇਤੀ ਖਤਮ ਕਰਨਾ ਚਾਹੁੰਦੀ ਹਾਂ। ਓਹੋ, ਇੰਨਾ ਵੱਡਾ ਭੇਦ। ਵੇ ਮੈਨੂੰ ਤਾਂ ਪਤਾ ਲੱਗਿਆ ਸੀ ਕਿ ਤੁਸੀਂ ਕਿਸੇ ਰਿਕਾਰਡਿੰਗ 'ਚ ਵਿਅਸਤ ਹੋ। ਇਹ ਫਿਲਮ ਇੰਡਸਟਰੀ ਦੇ ਲਈ ਰਿਹਰਸਲ ਕਰ ਰਹੀ ਹੈ। ਸੁਰਜੀਤ ਆ ਸੱਚ ਕਹਿੰਦਾ? ਵੇ ਵੈਸੇ ਤਾਂ ਹਰ ਕਿਸੇ ਨੂੰ ਆਪਣਾ ਪ੍ਰੋਫੈਸ਼ਨ ਚੁਣਨ ਦਾ ਅਧਿਕਾਰ ਹੈ। ਬਈ ਕੀ ਨੌਨਸੈਂਸ ਹੈ? ਮੈਂ ਕਨਫਿਊਜ਼ ਹੋ ਰਹੀ ਹਾਂ। ਜੇਕਰ ਤੁਹਾਨੂੰ ਵੀ ਇੰਟਰਸਟ ਹੋਵੇ ਨਾ ਤੇ ਤੁਸੀਂ ਮਿਹਨਤ ਕਰ ਸਕਦੇ ਹੋ ਤੇ ਤੁਸੀਂ ਵੀ ਫਿਲਮ ਇੰਡਸਟਰੀ ਦਾ ਹਿੱਸਾ ਬਣ ਸਕਦੇ ਹੋ। ਓਹ ਨਾ ਬਾਬਾ ਨਾ, ਇਹ ਇੱਕ ਅਲੱਗ ਪ੍ਰਕਾਰ ਦੀ ਇੰਡਸਟਰੀ ਹੈ ਤੇ ਮੈਂ ਤਾਂ ਇਹਦੇ ਲਈ ਫਿੱਟ ਨਹੀਂ। ਹਰ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ, ਇੱਕ ਚੰਗਾ ਤੇ ਦੂਜਾ ਬੁਰਾ। ਇਹ ਤਾਂ ਸਾਡੇ ਉੱਪਰ ਹੈ ਕਿ ਅਸੀਂ ਕਿਹੜੀ ਚੀਜ਼ ਨੂੰ ਪਹਿਲ ਦਿੰਦੇ ਹਾਂ। ਚਲੋ ਪਰ ਆਪਾਂ ਲੇਟ ਹੋ ਰਹੇ ਹਾਂ, ਬਸ ਕੁਝ ਹੀ ਮਿੰਟ ਰਹਿ ਗਏ। ਉਹ ਮਜ਼ਾਕ ਛੱਡੋ ਰਣਜੀਤ। ਉੱਥੇ ਪ੍ਰੋਫੈਸਰ ਅਮਨ ਟੈਕ ਫੈਸਟੀਵਲ ਬਾਰੇ ਦੱਸਣਗੇ ਤੇ ਤੁਸੀਂ ਜਾਣਦੇ ਹੀ ਹੋ ਕਿ ਉਹ ਅਨੁਸ਼ਾਸਨ ਤੇ ਸਮੇਂ ਦੇ ਕਿੰਨੇ ਪਾਬੰਦ ਨੇ। ਹਾਏ ਮੈਂ ਮਰ ਜਾਵਾਂ, ਹੁਣ ਤੁਸੀਂ ਮੇਰੀ ਕਲਾਸ ਲੈ ਰਹੇ ਹੋ ਪਰ ਅਜੇ ਪ੍ਰੋਫੈਸਰ ਅਮਨ ਦੇ ਲਈ ਤਾਂ ਤਿਆਰ ਹੋ ਜਾਓ। ਉਹ ਬਹੁਤ ਸਖਤ ਵਿਅਕਤੀ ਨੇ, ਛੇਤੀ ਕਰੋ ਨਹੀਂ ਤਾਂ ਕਈ ਚੀਜ਼ਾਂ ਛੁੱਟ ਜਾਣੀਆਂ ਨੇ। ਪਰ ਤੁਹਾਡੀ ਡਾਕੂਮੈਂਟਰੀ ਦਾ ਕੀ ਹੋਇਆ? ਉਹ ਬਾਅਦ ਚ ਦੱਸਾਂਗੀ। ਬਹੁਤ ਮਜ਼ੇਦਾਰ ਸਟੋਰੀ ਹੈ, ਤੁਹਾਨੂੰ ਜ਼ਰੂਰ ਮਜ਼ਾ ਆਏਗਾ। Excuse me, sir. ਐਕਸਕਿਊਜ਼ ਮੀ ਫॉर ਵਾਟ? ਲੇਟ ਆਉਣ ਲਈ ਜਾਂ ਫਿਰ ਬੁਰੀਆਂ ਆਦਤਾਂ ਦੇ ਲਈ? ਬਾਏ ਦ ਵੇ ਮੈਂ ਸਿਰਫ ਤੁਹਾਡੇ ਲੋਕਾਂ ਦੀ ਭਲਾਈ ਲਈ ਸਪੈਸ਼ਲ ਕਲਾਸ ਲੈ ਰਿਹਾ ਤੇ ਤੁਸੀਂ ਸਭ ਇਸ ਨੂੰ ਹਲਕੇ ਚ ਲੈ ਰਹੇ ਓ ਨੋ ਸਰ, ਮੈਨੂੰ ਤਾਂ ਇਸ ਕਲਾਸ ਦੇ ਬਾਰੇ ਕੁਝ ਮਿੰਟ ਪਹਿਲਾਂ ਹੀ ਪਤਾ ਲੱਗਿਆ ਹੈ। ਓਹ ਆਈ ਸੀ। ਤੇ ਤੁਸੀਂ ਜੈਂਟਲਮੈਨ? ਸਰ ਪਹਿਲੀ ਵਾਰ ਹੋਇਆ ਜੀ। ਦੁਬਾਰਾ ਅਜਿਹੀ ਕੁਤਾਈ ਨਹੀਂ ਹੋਈ। ਨਹੀਂ ਹੋਣੀ ਸਰ, ਨਹੀਂ ਹੋਣੀ। ਤੁਸੀਂ ਸਾਰੇ ਇਸ ਸਾਲ ਦੇ ਸਭ ਤੋਂ ਵਿਸ਼ੇਸ਼ ਸਮਾਰੋਹ 'ਚ ਹਿੱਸਾ ਲੈਣ ਜਾ ਰਹੇ ਹੋ। ਡੂ ਯੂ ਨੋ ਦਿਸ? ਹਾਂ ਸਰ, ਯੈਸ ਸਰ, ਯੈਸ ਸਰ। ਅਸੀਂ ਸਾਰੇ ਉਸੇ ਬਾਰੇ ਗੱਲ ਕਰ ਰਹੇ ਸੀ। ਹਾਂ ਬਿਲਕੁਲ ਸਰ। ਓਕੇ ਚਲੋ ਸਭ ਬੈਠ ਜਾਓ। ਵਿਦਿਆਰਥੀਓ, ਤੁਸੀਂ ਜਾਣਦੇ ਹੋ ਕਿ ਇਸ ਸਾਲ ਹੋਣ ਵਾਲਾ ਨੈਸ਼ਨਲ ਟੈਕ ਫੈਸਟੀਵਲ ਇੱਕ ਅਲੱਗ ਤਰ੍ਹਾਂ ਦਾ ਸਮਾਰੋਹ ਹੈ। ਇਸ ਵਾਰ ਦਾ ਥੀਮ ਬਹੁਤ ਖਾਸ ਹੈ। ਕੀ ਕੋਈ ਅੰਦਾਜ਼ਾ ਲਗਾ ਸਕਦਾ ਹੈ ਕਿ ਉਹ ਥੀਮ ਕੀ ਹੈ? ਸਰ ਸਾਨੂੰ ਤਾਂ ਪਤਾ ਨਹੀਂ, ਪਰ ਜੋ ਪਿਛਲੇ ਸਾਲ ਦਾ ਅਨੁਭਵ ਆ ਸਾਡਾ, ਉਹਦੇ ਸਹਾਰੇ ਅਸੀਂ ਕਿਸੇ ਨਵੇਂ ਟੌਪਿਕ ਤੇ ਵਿਚਾਰ ਕਰ ਸਕਦੇ ਹਾਂ। ਕੀ ਫੀਲਡ ਹੋ ਸਕਦਾ ਹੈ? ਕੁਝ ਸੋਚਿਆ? ਸਰ ਇੱਕ ਸਮੱਸਿਆ ਹੈ। ਕੱਲ ਮੈਂ ਇੱਕ ਨਾ ਪ੍ਰਸਿੱਧ ਬ੍ਰਾਂਡ ਦਾ ਇੱਕ ਪ੍ਰੋਡਕਟ ਖਰੀਦਿਆ, ਪਰ ਘਰ ਜਾ ਕੇ ਜਦੋਂ ਮੇਰੀ ਮੰਮੀ ਨੇ ਪੈਕੇਟ ਖੋਲ੍ਹਿਆ ਤਾਂ ਉਸ ਵਿੱਚ ਘਟੀਆ ਦਰਜੇ ਦਾ ਪ੍ਰੋਡਕਟ ਨਿਕਲਿਆ।
ਇਸ ਲਈ ਮੈਂ ਸੋਚਿਆ ਕਿ ਗਾਹਕਾਂ ਨੂੰ ਜਾਗਰੂਕ ਕਰਨ ਦੇ ਲਈ ਅਤੇ ਅਜਿਹੀ ਸਥਿਤੀ 'ਚ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ, ਇਹਦੇ ਲਈ ਮੈਂ ਇੱਕ ਸ਼ੋਰਟ ਡਾਕੂਮੈਂਟਰੀ ਬਣਾਵਾਂ। ਕੰਜ਼ਿਊਮਰ ਅਵੇਅਰਨੈਸ, ਬਹੁਤ ਵਧੀਆ। ਹੋਰ ਕੋਈ? ਸਰ, ਕਿਸੇ ਨਵੀਂ ਟੈਕਨੋਲੋਜੀ ਤੇ ਆਪਾਂ ਕੋਈ ਨਾਟਕ ਕਰ ਸਕਦੇ ਹਾਂ। ਸਰ, ਪਿਛਲੇ ਸਾਲ ਦਾ ਥੀਮ ਨੈਨੋ ਟੈਕਨੋਲੋਜੀ ਸੀ। ਅਬ ਕੋਈ ਹੋਰ ਟੌਪਿਕ ਸੁਝਾਓ। ਸਰ, AI ਇੱਕ ਨਵੀਂ ਤਕਨੀਕ ਹੈ। ਅੱਜਕੱਲ ਜ਼ਿਆਦਾਤਰ ਟੈਕਨੋਲੋਜੀ ਬੇਸਡ ਕੰਪਨੀਆਂ ਦੇ ਲਈ ਇਹ ਸਭ ਤੋਂ ਹੌਟ ਵਿਸ਼ਾ ਹੈ। ਓਕੇ, ਅਸੀਂ AI ਤੇ ਕੰਮ ਕਰ ਸਕਦੇ ਹਾਂ। ਇਹ ਤੁਹਾਡੇ ਕੈਰੀਅਰ ਦੇ ਲਈ ਵੀ ਸਹਾਇਕ ਸਿੱਧ ਹੋਏਗਾ। AI ਕੰਪਨੀਆਂ ਕੋਲ ਇਸ ਫੀਲਡ ਦੇ ਟੈਲੈਂਟ ਦੀ ਕਮੀ ਵੀ ਹੈ। ਸਰ, ਫਿਰ ਠੀਕ ਹੈ, ਟੌਪਿਕ ਕਲੀਅਰ ਹੋ ਗਿਆ, ਪਾਰਟਿਸਪੈਂਟਸ ਵੀ ਫਾਈਨਲ ਹੈ। ਹੁਣ ਆਪਾਂ ਤਿਆਰੀ ਸ਼ੁਰੂ ਕਰ ਸਕਦੇ ਹਾਂ। ਸਟਾਪ ਇਟ। ਤੁਸੀਂ ਸਭ ਹੱਸ ਕਿਉਂ ਰਹੇ ਹੋ? ਤਿਆਰੀ ਦਾ ਮਤਲਬ ਹੈ ਸਖਤ ਮਿਹਨਤ, ਤੇ ਕਾਮਯਾਬੀ ਤਾਂ ਤਦ ਹੀ ਸੁਨਿਸ਼ਚਿਤ ਹੁੰਦੀ ਹੈ ਜਦ ਸਖਤ ਮਿਹਨਤ 'ਚ ਗੰਭੀਰਤਾ ਜੁੜ ਜਾਂਦੀ ਹੈ। ਸੌਰੀ ਸਰ। ਸਰ, ਅਸੀਂ ਕੰਪਿਊਟਰ ਲੈਬ 'ਚ ਮਿੱਤਰਾ ਨਾਮਕ ਇੱਕ ਹਿਊਮਨੋਇਡ ਰੋਬੋ ਦੇਖਿਆ ਹੈ। ਇਸ ਦਾ ਪ੍ਰੋਟੋਟਾਈਪ ਤੁਹਾਡੀ ਟੀਮ ਰਾਹੀਂ ਡਿਜ਼ਾਈਨ ਕੀਤਾ ਗਿਆ ਸੀ। ਅਸੀਂ ਆਪਣੀ ਟੀਮ 'ਚ ਉਸੇ ਨੂੰ ਲੈਣਾ ਚਾਹੁੰਦੇ ਹਾਂ। ਹਾਂ, ਪਰ ਉਹ ਤਾਂ ਬੈਂਗਲੌਰ ਬੇਸਡ ਕੰਪਨੀ ਦੀ ਪ੍ਰਾਪਰਟੀ ਹੈ ਨਾ। ਕੋਈ ਦੂਸਰਾ ਟੌਪਿਕ ਸੁਝਾਓ। ਖਰਾਬ ਪ੍ਰੋਡਕਟ ਦੇ ਬਾਰੇ ਕੋਈ ਗੱਲ ਕਰ ਰਿਹਾ ਸੀ। ਉਹ ਸਰ, ਸੁਰਜੀਤ ਕੰਜ਼ਿਊਮਰ ਅਵੇਅਰਨੈਸ ਤੇ ਇੱਕ ਸ਼ਾਰਟ ਡਾਕੂਮੈਂਟਰੀ ਤੇ ਕੰਮ ਕਰ ਰਹੀ ਹੈ। ਗੁੱਡ। ਬਾਈ ਦ ਵੇ, ਕੀ ਅਸੀਂ ਇਸ ਟੌਪਿਕ ਨੂੰ ਨੈਰੋ ਡਾਊਨ ਕਰ ਸਕਦੇ ਹਾਂ? ਹਾਂ ਸਰ, ਬਿਲਕੁਲ। ਮੈਂ ਜਨ ਜਾਗਰੂਕਤਾ ਦੇ ਲਈ ਇੱਕ ਸ਼ੋਰਟ ਡਾਕੂਮੈਂਟਰੀ ਬਣਾਉਣ ਬਾਰੇ ਕੁਝ ਪਲਾਨ ਕਰ ਰਹੀ ਹਾਂ। ਕੰਜ਼ਿਊਮਰਸ ਦੇ ਕੀ ਅਧਿਕਾਰ ਹੁੰਦੇ ਨੇ ਤੇ ਉਹਨਾਂ ਦੀ ਰੱਖਿਆ ਕਿਵੇਂ ਕੀਤੀ ਜਾਏ, ਇਸ ਬਾਰੇ ਮੈਂ ਉਸ ਡਾਕੂਮੈਂਟਰੀ 'ਚ ਦੱਸਣਾ ਚਾਹੁੰਦੀ ਹਾਂ। ਬਈ, ਕੀ ਅਸੀਂ ਕੰਜ਼ਿਊਮਰ ਰਾਈਟਸ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਜੋੜ ਨਹੀਂ ਸਕਦੇ? ਆਮ ਕੇ ਆਮ ਗੁਠਲੀਓਂ ਕੇ ਦਾਮ। ਪਰ ਸਰ, ਇੱਕ ਪ੍ਰੋਬਲਮ ਹੈ। ਇਹਨਾਂ ਦੋਵੇਂ ਟੌਪਿਕਾਂ ਨੂੰ ਜੋੜਨਾ ਅਸੰਭਵ ਤਾਂ ਨਹੀਂ, ਪਰ ਡਿਫਿਕਲਟ ਜ਼ਰੂਰ ਹੋ ਸਕਦਾ ਹੈ। AI ਦਾ ਆਮ ਆਦਮੀ ਨਾਲ ਰਿਸ਼ਤਾ ਕਿਸੇ ਦੂਸਰੇ ਵਿਸ਼ੇ ਤੋਂ ਕਿਤੇ ਜ਼ਿਆਦਾ ਹੈ। ਸਰ, ਇਸ ਟੌਪਿਕ ਵਿੱਚ ਤਾਂ AI ਨੂੰ ਮਸ਼ੀਨ ਇੰਟੈਲੀਜੈਂਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਹਾਂ, ਤੇ ਇਹ ਅੱਜਕੱਲ ਦਾ ਬੜਾ ਫੇਮਸ ਟੌਪਿਕ ਵੀ ਹੈ ਸਰ। ਬਿਲਕੁਲ। ਤੇ ਇਹਦੇ ਨਾਲ ਇੱਕ ਪੰਥ ਤੇ ਦੋ ਕਾਜ ਵੀ ਹੋ ਜਾਣਗੇ। ਸਰ, ਮੇਰੇ ਮਨ 'ਚ ਇੱਕ ਸਵਾਲ ਉੱਠ ਰਿਹਾ ਹੈ ਪੁੱਛੋ। ਕਿ ਵਿਗਿਆਨ ਤੇ ਤਕਨੀਕ ਦਾ ਫਾਇਦਾ ਇੱਕ ਆਮ ਆਦਮੀ ਕਿਵੇਂ ਲੈ ਸਕਦਾ ਹੈ? ਮੈਂ ਐਕਚੁਅਲੀ ਉਸੇ ਗੱਲ ਤੇ ਆ ਰਿਹਾ। ਜੀ। ਵਿਜ਼ਨ ਸਿਸਟਮ ਮਸ਼ੀਨ ਇੱਕ ਤਰ੍ਹਾਂ ਦੀ ਟੈਕਨੋਲੋਜੀ ਹੈ ਜਿਹੜੀ ਕਿਸੇ ਕੰਪਿਊਟਰ ਡਿਵਾਈਸ ਨਾਲ ਜਾਂਚ ਕਰਦੀ ਹੈ। ਸਟਿਲ ਜਾਂ ਮੂਵਿੰਗ ਪਿਕਚਰ ਦਾ ਮੁਲਾਂਕਣ ਜਾਂ ਉਹਨਾਂ ਦੀ ਪਹਿਚਾਣ ਕਰਦੀ ਹੈ। ਇਹ ਕਾਫੀ ਹੱਦ ਤੱਕ ਇੱਕ ਜਾਸੂਸੀ ਕੈਮਰੇ ਵਾਂਗ ਕੰਮ ਕਰਦੀ ਹੈ। ਬਿਲਕੁਲ ਸਰ, ਜਿੱਦਾਂ ਟ੍ਰੈਫਿਕ ਪੁਲਿਸ ਨੇ ਰੈੱਡ ਲਾਈਟ ਜਾਂ ਸੜਕਾਂ ਤੇ ਇੰਸਟਾਲ ਕੀਤੇ ਹੁੰਦੇ ਕੈਮਰੇ, ਉਹਦੇ ਵਾਂਗ ਹੀ ਨਾ। ਬਿਲਕੁਲ ਸਹੀ ਕਿਹਾ। ਇਸ ਨੂੰ ਠੀਕ ਉਸੇ ਥਾਂ ਲਾਇਆ ਜਾ ਸਕਦਾ ਹੈ ਜਿੱਥੇ ਇਹ ਵਿਜ਼ਨ ਸਿਸਟਮ ਮਤਲਬ ਅੱਖਾਂ ਦੀ ਵਰਤੋਂ ਚੀਜ਼ਾਂ ਨੂੰ ਪਛਾਣਨ ਲਈ ਲੋੜੀਂਦੀ ਹੋਵੇ। ਇਸ 'ਚ ਗਲਤ ਅਨੁਮਾਨ ਨੂੰ ਜਾਣਿਆ ਜਾ ਸਕਦਾ ਹੈ। ਇਹ ਵਿਜ਼ਨ ਸਿਸਟਮ ਆਪਣੀਆਂ ਗਲਤੀਆਂ ਤੋਂ ਸਿੱਖਦਾ ਹੈ ਤੇ ਲਗਾਤਾਰ ਆਪਣੇ ਆਪ 'ਚ ਸੁਧਾਰ ਕਰਦਾ ਰਹਿੰਦਾ ਹੈ। ਵਾਹ ਸਰ, ਇਹ ਟੌਪਿਕ ਤਾਂ ਬਹੁਤ ਹੀ ਵਧੀਆ ਹੈ। ਹਾਂ, ਮੈਂ ਵੀ ਇਹੀ ਆਖਣ ਵਾਲਾ ਸੀ। ਸਾਡੀ ਟੀਮ ਦਾ ਥੀਮ ਵਿਜ਼ਨ ਸਿਸਟਮ ਹੋ ਸਕਦਾ ਹੈ। ਸਰ, ਨਾਟਕ ਦੀ ਸਕ੍ਰਿਪਟ ਲਿਖਣ ਤੋਂ ਪਹਿਲਾਂ ਸਾਨੂੰ ਇਸ ਟੌਪਿਕ ਨੂੰ ਹੋਰ ਡੂੰਘਾਈ ਨਾਲ ਜਾਣਨਾ ਸਮਝਣਾ ਹੋਵੇਗਾ। ਇਸ 'ਚ ਸਾਡੀ ਟੀਮ ਨੂੰ ਤੁਹਾਡੇ ਮਾਰਗਦਰਸ਼ਨ ਦੀ ਵੀ ਜ਼ਰੂਰਤ ਪਵੇਗੀ। ਮੈਨੂੰ ਲੱਗਦਾ ਹੈ ਸਰ ਕਿ ਕਿਸੇ ਫੈਕਟਰੀ ਦੇ ਖਰਾਬ ਪ੍ਰੋਡਕਟਸ ਜਾਂ ਉਹਦੇ ਸੂਈਆ ਕੈਮਰੇ ਜਿਹੜੇ ਆ, ਉਹਦੇ ਤੱਕ ਹੀ ਇਹਦਾ ਇਸਤੇਮਾਲ ਸੀਮਤ ਨਹੀਂ ਹੋਣਾ। ਹਾਂ, ਬਿਲਕੁਲ ਠੀਕ ਕਿਹਾ ਤੁਸੀਂ। ਇਸ ਦੀ ਵਰਤੋਂ ਦਾ ਦਾਇਰਾ ਬਹੁਤ ਵੱਡਾ ਹੈ। ਤੁਹਾਨੂੰ ਪਤਾ ਹੈ, ਮਰੀਜ਼ਾਂ ਨੂੰ ਡਾਇਗਨੋਸ ਕਰਨ ਲਈ ਡਾਕਟਰ ਵੀ ਕਲੀਨਿਕਲ ਮਾਹਿਰ ਸਿਸਟਮ ਦਾ ਇਸਤੇਮਾਲ ਕਰਦੇ ਨੇ। ਖੋਜਕਰਤਾਵਾਂ ਦਾ ਆਖਣਾ ਹੈ ਕਿ ਇਹ ਵਿਗਿਆਨਿਕ ਤੌਰ ਤੇ ਸਿੱਧ ਹੋ ਗਿਆ ਹੈ ਕਿ ਅੱਖਾਂ ਦੀ ਸਮੱਸਿਆ ਜਿਵੇਂ ਕਿ ਮੈਲਿਗਨੈਂਟ ਮੈਲਾਨੋਮਾ ਦਾ ਤੇਜ਼ ਤੇ ਸਹੀ ਇਲਾਜ ਨਿਊਰਲੀ ਕਰ ਸਕਦਾ ਹੈ। ਵਾਹ, ਵੀ ਇਹ ਤਾਂ ਇੱਕ ਸੁਪਰਮੈਨ ਵਰਗਾ ਹੀ ਵਿਚਾਰ ਹੈ। ਵਿਜ਼ਨ ਸਿਸਟਮ ਇੱਕ ਸੁਪਰ ਹਿਊਮਨ ਯਾਨੀ ਮਹਾਮਾਨਵ ਦੇ ਵਾਂਗ ਹੀ ਹੈ ਜਿਹੜਾ ਮਨੁੱਖ ਦੀਆਂ ਗਲਤੀਆਂ ਨੂੰ ਦੂਰ ਕਰਦਾ ਹੈ। ਸਰ, ਕੋਵਿਡ-19 ਦੇ ਮਾਮਲੇ 'ਚ ਡਾਕਟਰ ਮਰੀਜ਼ਾਂ ਨੂੰ ਆਨਲਾਈਨ ਸਲਾਹ ਦੇ ਰਹੇ ਨੇ। ਤੁਸੀਂ ਬਿਲਕੁਲ ਸਹੀ ਕਿਹਾ। ਵਿਜ਼ਨ ਸਿਸਟਮ ਅਸਿਸਟੈਂਟ ਆਨਲਾਈਨ ਕੇਅਰ ਉਪਲਬਧ ਕਰਾਉਂਦਾ ਹੈ ਤੇ ਵਾਇਰਸ ਤੋਂ ਛੁਟਕਾਰੇ ਦੇ ਲਈ ਮਰੀਜ਼ਾਂ ਦੀ ਮਦਦ ਕਰਦਾ ਹੈ। ਦੋ ਸਰ, ਇੱਕ ਨਾਟਕ ਲਿਖਣ ਤੇ ਸਟੇਜ ਤੇ ਉਹਨੂੰ ਪੇਸ਼ ਕਰਨ ਦੇ ਲਈ ਇਹ ਟੌਪਿਕ ਤਾਂ ਬਹੁਤ ਹੀ ਵਧੀਆ ਹੈ। ਬਿਲਕੁਲ। AI ਅੱਜ ਦੇ ਸਮੇਂ 'ਚ ਹੈਲਥ ਕੇਅਰ, ਖੇਤੀਬਾੜੀ, ਸਿੱਖਿਆ, ਫਾਈਨਾਂਸ, ਲੀਗਲ, ਮੈਨੂਫੈਕਚਰਿੰਗ, ਮੈਡੀਕਲ ਤੇ ਤੇਲ ਜਾਂ ਗੈਸ ਵਰਗੇ ਬਹੁਤ ਸਾਰੇ ਉਦਯੋਗਾਂ 'ਚ ਮਦਦ ਕਰ ਰਹੀ ਹੈ। ਗ੍ਰੇਟ। ਸਰ, ਵਿਜ਼ਨ ਸਿਸਟਮ ਦਾ ਘੇਰਾ ਬਹੁਤ ਵਿਆਪਕ ਹੈ। ਪੁਲਿਸ ਫੋਰਸ ਵਿੱਚ ਵੀ ਤਾਂ ਇਸ ਦਾ ਉਪਯੋਗ ਕੀਤਾ ਜਾ ਸਕਦਾ ਹੈ ਨਾ?
ਹਾਂ ਹਾਂ, ਤੁਸੀਂ ਬਿਲਕੁਲ ਸਹੀ ਕਿਹਾ। ਇੱਕ ਕੰਮ ਕਰੋ, ਸਕ੍ਰਿਪਟ 'ਚ ਇਸ ਗੱਲ ਨੂੰ ਵੀ ਲਿਖਣਾ ਕਿ ਫੋਰੈਂਸਿਕ ਮਾਹਰ ਜਾਂ ਕਲਾਕਾਰਾਂ ਦੁਆਰਾ ਬਣਾਈ ਗਈ ਪੋਰਟਰੇਟ ਨਾਲ ਇੱਕ ਦੋਸ਼ੀ ਦੀ ਸ਼ਕਲ ਦੀ ਪਛਾਣ ਕੰਪਿਊਟਰ ਸੌਫਟਵੇਅਰ ਕਿਵੇਂ ਕਰ ਲੈਂਦਾ ਹੈ। ਸਰ, ਇਹ ਸਭ ਕੁਝ ਤਾਂ ਸਕ੍ਰਿਪਟ ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸੇ ਟੌਪਿਕ ਨੂੰ ਨਾਟਕੀ ਢੰਗ ਨਾਲ ਕਿਵੇਂ ਪੇਸ਼ ਕਰਦੇ ਹਾਂ। ਸਰ, ਇਸ ਟੌਪਿਕ ਤੇ ਕੁਝ ਸਹਾਇਕ ਸਮੱਗਰੀ ਜੇਕਰ ਮਿਲ ਜਾਵੇ ਤਾਂ ਇੱਕ ਵਧੀਆ ਸਕ੍ਰਿਪਟ ਤਿਆਰ ਕਰਨ 'ਚ ਸਾਨੂੰ ਬਹੁਤ ਹੈਲਪ ਮਿਲੇਗੀ। ਓ ਸ਼ੋਰ, ਵਾਈ ਨਾਟ। ਮੇਰੇ ਖਿਆਲ ਨਾਲ ਸਕ੍ਰਿਪਟ ਸਹੀ, ਦਿਲਚਸਪ ਤੇ ਤੱਥਾਂ ਤੇ ਆਧਾਰਿਤ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਨਾਟਕ 'ਚ ਇੱਕ ਸੰਦੇਸ਼ ਵੀ ਹੋਣਾ ਚਾਹੀਦਾ ਹੈ ਤੇ ਇਸ 'ਚ ਜੇਕਰ ਵਿਅੰਗ ਦਾ ਤੜਕਾ ਹੋਵੇ ਤਾਂ ਮਜ਼ਾ ਦੁੱਗਣਾ ਹੋ ਜਾਂਦਾ। ਬਿਲਕੁਲ ਸਰ। ਸਰ, ਫਾਈਨਲ ਪ੍ਰੈਜੈਂਟੇਸ਼ਨ ਤੋਂ ਪਹਿਲਾਂ ਅਸੀਂ ਆਪਣੀ ਸਕ੍ਰਿਪਟ ਤੁਹਾਨੂੰ ਵਿਖਾਵਾਂਗੇ ਤੇ ਸਟੇਜ ਪ੍ਰੈਜੈਂਟੇਸ਼ਨ ਦੇ ਦੌਰਾਨ ਜਿਹੜਾ ਪ੍ਰਭਾਵ ਅਸੀਂ ਇਸਤੇਮਾਲ ਕਰਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ। ਬੈਕਗ੍ਰਾਉਂਡ ਇਫੈਕਟਸ ਵੀ ਬਹੁਤ ਜ਼ਰੂਰੀ ਹੁੰਦੇ ਨੇ। ਇਹ ਕਲਾਕਾਰਾਂ ਤੇ ਦਰਸ਼ਕਾਂ ਦੇ ਮਨਾਂ 'ਚ ਅਸਲੀ ਦ੍ਰਿਸ਼ ਤੇ ਕਲਪਨਾ ਨੂੰ ਜੀਵੰਤ ਕਰਨ 'ਚ ਮਦਦ ਕਰਦੇ ਨੇ। ਬਿਲਕੁਲ ਸਰ। ਸਰ, ਮੇਰੇ ਕੰਪਿਊਟਰ ਸਿਸਟਮ 'ਚ ਸਾਊਂਡ ਇਫੈਕਟਸ ਦੀ ਬਹੁਤ ਚੰਗੀ ਆਰਕਾਈਵ ਹੈ। ਵੈਰੀ ਗੁੱਡ। ਹਾਂ ਤੇ ਸਟੂਡੈਂਟਸ, ਮੈਂ ਅੱਜ ਵਿਜ਼ਨ ਸਿਸਟਮ ਦੇ ਪਿਛੋਕੜ ਦੀ ਪਿੱਠ ਭੂਮੀ 'ਚ ਇੱਕ ਬੈਕਗ੍ਰਾਉਂਡ ਸੂਚਨਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਸਰ, ਜੀ, ਸਰ ਜੇਕਰ ਅਸੀਂ ਆਪਣੀ ਟੀਮ 'ਚ ਮਿੱਤਰਾਂ ਨੂੰ ਵੀ ਰੱਖ ਲਈਏ ਤਾਂ ਕਿਵੇਂ ਰਹੇਗਾ? ਉਸ ਦੀ ਆਵਾਜ਼ ਅਤੇ ਹਾਸੀ ਦਰਸ਼ਕਾਂ ਦੇ ਲਈ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਹੋਵੇਗੀ। ਬਿਲਕੁਲ। ਮਿੱਤਰਾਂ ਨਾਲ ਵੀ ਸਭ ਨੂੰ ਕੋਈ ਨਾ ਕੋਈ ਮਦਦ ਮਿਲ ਸਕਦੀ ਹੈ। ਬਿਲਕੁਲ ਸਰ। ਸਭ ਕੁਝ ਇਮੈਜੀਨੇਸ਼ਨ ਯਾਨੀ ਕਲਪਨਾ ਤੇ ਰਚਨਾਤਮਕਤਾ 'ਤੇ ਹੀ ਨਿਰਭਰ ਕਰਦਾ ਹੈ। ਮੈਂ ਤੁਹਾਡੇ ਸਾਰਿਆਂ ਦੇ ਨਾਲ ਹਾਂ। ਓਕੇ, ਠੀਕ ਹੈ, ਹੁਣ ਮੈਂ ਚੱਲਦਾ। ਅਗਲੀ ਵਾਰ ਜਲਦੀ ਮਿਲਦੇ ਹਾਂ। ਗੁੱਡ ਥੈਂਕ ਲੱਕ। ਯੂ ਸਰ। ਬਾਏ ਸਰ। ਰਕੇਸ਼, ਸਕੂਟਰ ਰੋਕ ਯਾਰ। ਕੀ ਹੋਇਆ? ਉਹ ਆ ਵੇਖ, ਇੱਥੇ ਕੀ ਹੋ ਰਿਹਾ? ਆ ਵੇਖੀਏ, ਉਹ ਬਹੁਤ ਭੀੜ ਹੈ। ਜ਼ਰੂਰ ਕੋਈ ਮਜ਼ੇਦਾਰ ਪ੍ਰੋਗਰਾਮ ਚੱਲ ਰਿਹਾ ਹੋਣਾ। ਯਾਰ ਸਮਾਂ ਬੜਾ ਘੱਟ ਹੈ, ਸਕ੍ਰਿਪਟ ਤਿਆਰ ਕਰਨੀ ਹੈ। ਜੇ ਅਸੀਂ ਇਹਨੂੰ ਅੱਜ ਸ਼ੁਰੂ ਕਰਦੇ ਹਾਂ ਨਾ ਤਾਂ ਜਾ ਕੇ ਸਮੇਂ ਤੇ ਪੂਰਾ ਕਰਾਂਗੇ। ਉਹ ਤੂੰ ਚਿੰਤਾ ਨਾ ਕਰ ਯਾਰ, ਪਹਿਲਾਂ ਮੈਨੂੰ ਮੇਰੇ ਦਿਮਾਗ ਦੇ ਵਿੱਚ ਕਲਪਨਾ ਕਰਨ ਦੇ। ਲਓ। ਉਹ ਤੋਂ ਬਾਅਦ ਫੇਰ ਕਿਤੇ ਜਾ ਕੇ ਸਕ੍ਰਿਪਟ ਤੇ ਕੰਮ ਸ਼ੁਰੂ ਕਰੂੰਗਾ ਮੈਂ। ਓ ਯਾਰ, ਪਹਿਲਾਂ ਸਾਨੂੰ ਹੈਲਪਿੰਗ ਏਡ ਤੇ ਦਸਤਾਵੇਜ਼ਾਂ ਦੀ ਸਟੱਡੀ ਕਰਨੀ ਹੋਏਗੀ, ਫਿਰ ਜਾ ਕੇ ਅਸੀਂ ਨਾਟਕ ਦਾ ਢਾਂਚਾ ਤੇ ਸਟੋਰੀ ਲਾਈਨ ਤਿਆਰ ਕਰ ਸਕਦੇ ਹਾਂ। ਓਹੋ, ਉਹੀ ਕਰਾਂਗਾ ਮੈਂ ਮੇਰੇ ਦੋਸਤ, ਚਿੰਤਾ ਨਾ ਕਰ। ਆ ਪਹਿਲਾਂ ਆਪਾਂ ਆ ਜਾਦੂਗਰ ਦਾ ਜਾਦੂ ਦਾ ਮਜ਼ਾ ਤਾਂ ਲਈਏ। ਓਏ, ਆ ਰੋਡ ਸਾਈਡ ਕਲਾਕਾਰ ਹੈ, ਇਹਨਾਂ ਦੀ ਪੇਸ਼ਕਾਰੀ ਕਮਾਲ ਦੀ ਹੁੰਦੀ ਹੈ। ਚਲੋ ਦੇਖ ਲੈਂਦੇ ਹਾਂ। ਬਈ ਵਾਹ ਕੇਸ਼, ਦੇਖ ਕਿੰਨੀ ਚੰਗੀ ਪੇਸ਼ਕਾਰੀ ਹੋ ਰਹੀ ਹੈ। ਹੈ ਗਜ਼ਬ ਦੀ ਪੇਸ਼ਕਾਰੀ ਹੈ। ਨਾ ਸਿਰਫ ਪੇਸ਼ਕਾਰੀ, ਸਗੋਂ ਇਹਨਾਂ ਦੇ ਕਾਰਨਾਮਿਆਂ ਨਾਲ ਇੱਕ ਸੰਦੇਸ਼ ਵੀ ਮਿਲਦਾ ਹੈ। ਕੀ ਖਿਆਲ ਹੈ, ਸਾਨੂੰ ਇਹਨਾਂ ਤੋਂ ਵੀ ਕੁਝ ਇਨਪੁਟ ਨਹੀਂ ਲੈਣੀ ਚਾਹੀਦੀ? ਓ ਯਾਰ, ਵਿਗਿਆਨ ਤੇ ਟੈਕਨੋਲੋਜੀ ਦੋਵੇਂ ਅਲੱਗ ਹੁੰਦੇ ਨੇ। ਅਸੀਂ ਕੋਈ ਮੱਧਕਾਲੀਨ ਯੁੱਗ ਦੀ ਗੱਲ ਕਰਨੀ ਹੈ ਕਿ ਨਹੀਂ ਰਕੇਸ਼, ਤੁਸੀਂ ਪ੍ਰੋਫੈਸਰ ਅਮਨ ਦੀ ਗੱਲ ਭੁੱਲ ਗਏ ਹੋ। ਮੇਰਾ ਮਤਲਬ ਹੈ ਕਿ ਸਕ੍ਰਿਪਟ ਜਿਹੜੀ ਹੈ ਉਹ ਸਰਲ, ਸੂਚਨਾਦਾਇਕ ਤੇ ਗਿਆਨਵਰਧਕ ਹੋਣੀ ਚਾਹੀਦੀ ਹੈ। ਓਕੇ, ਸਟੋਰੀ ਲਾਈਨ ਦੇ ਬਾਰੇ ਕਿਉਂ ਨਾ ਅਸੀਂ ਆਪਣੀ ਟੀਮ ਦੇ ਸਾਰੇ ਮੈਂਬਰਾਂ ਨਾਲ ਗੱਲ ਕਰੀਏ। ਜੇਕਰ ਸਾਰੇ ਸਹਿਮਤ ਹੋਣ ਤਾਂ ਫਿਰ ਅਜਿਹਾ ਵੀ ਕੀਤਾ ਜਾ ਸਕਦਾ ਹੈ। ਚੱਲ ਠੀਕ ਹੈ, ਤੂੰ ਕਰ ਫੋਨ ਸੁਰਜੀਤ ਨੂੰ ਤੇ ਫੋਨ ਸਪੀਕਰ ਤੇ ਰੱਖੀ, ਮੈਂ ਵੀ ਉਹਦੀ ਗੱਲ ਸੁਣਾਂਗਾ। ਹੈਲੋ। ਹੈਲੋ ਸੁਰਜੀਤ। ਹਾਂ ਰਕੇਸ਼, ਕੀ ਗੱਲ, ਕੋਈ ਖਾਸ ਸੁਨੇਹਾ? ਸੁਰਜੀਤ, ਅਸੀਂ ਤੁਹਾਨੂੰ ਆਪਣੇ ਨਾਟਕ ਦੀ ਸਟੋਰੀ ਲਾਈਨ ਦੱਸਣਾ ਚਾਹੁੰਦੇ ਹਾਂ। ਹਾਂ ਹਾਂ, ਦੱਸੋ। ਅਸਲ 'ਚ ਸੁਰਜੀਤ, ਜਿਹੜੇ ਸੜਕ ਦੇ ਕਿਨਾਰੇ ਮਦਾਰੀ ਜਾਂ ਜਾਦੂਗਰ ਆਪਣੇ ਕਾਰਨਾਮੇ ਦਿਖਾਉਂਦੇ ਆ, ਉਹਨਾਂ ਦੇ ਬਾਰੇ ਤੇਰਾ ਕੀ ਖਿਆਲ ਹੈ? ਕੀ ਆਪਾਂ ਉਹਨਾਂ ਨੂੰ ਆਪਣੀ ਕਹਾਣੀ ਦਾ ਹਿੱਸਾ ਬਣਾ ਸਕਦੇ ਹਾਂ? ਪਰ ਤੁਸੀਂ ਕਿਸੇ ਅਨਪੜ੍ਹ ਵਿਅਕਤੀ ਦੇ ਨਾਲ ਵਿਗਿਆਨ ਤੇ ਤਕਨੀਕ ਨੂੰ ਕਿਵੇਂ ਜੋੜ ਸਕਦੇ ਹੋ? ਅਨਪੜ੍ਹ? ਪਰ ਦੂਜੇ ਕਲਾਕਾਰਾਂ ਦੇ ਵਾਂਗ ਇਹ ਵੀ ਤਾਂ ਆਪਣੇ ਹੁਨਰ ਦੇ ਮਾਹਰ ਹੁੰਦੇ ਆ। ਹਾਂ ਹਾਂ, ਹੁੰਦੇ ਨੇ, ਪਰ ਕੀ ਤੁਸੀਂ ਆਪਣੇ ਆਈਡੀਆ ਨੂੰ ਕੋਈ ਰੂਪ ਦੇ ਸਕਦੇ ਹੋ? ਆਰਟੀਫੀਸ਼ੀਅਲ ਇੰਟੈਲੀਜੈਂਸ ਇੱਕ ਉੱਭਰਦੀ ਹੋਈ ਟੈਕਨੋਲੋਜੀ ਹੈ ਅਤੇ ਸਕ੍ਰਿਪਟ ਰਾਈਟਰ ਨੇ ਕਹਾਣੀ 'ਚ ਇਹਨਾਂ ਸਾਰੇ ਤੱਥਾਂ ਨੂੰ ਪਾਉਣਾ ਹੈ। ਕੀ ਤੁਸੀਂ ਅਜਿਹਾ ਕਰ ਸਕਦੇ ਹੋ? ਹਾਂ, ਇਹ ਕੰਮ ਤੁਸੀਂ ਮੇਰੇ ਤੇ ਛੱਡ ਦਿਓ। ਜਦੋਂ ਮੈਂ ਇਹਨੂੰ ਪੂਰਾ ਕਰ ਲਵਾਂਗਾ ਤਾਂ ਮੈਂ ਇਹਨੂੰ ਡਾਕਟਰ ਰਿਤਿਕਾ ਨੂੰ ਦਿਖਾ ਸਕਦਾ। ਕਿਉਂ ਨਾ ਅਸੀਂ ਇੱਕ ਅਲੱਗ ਤਰੀਕੇ ਨਾਲ ਕੰਮ ਕਰੀਏ। ਹਾਂ ਹਾਂ, ਬਿਲਕੁਲ।
ਜੇਕਰ ਤੁਹਾਨੂੰ ਭਰੋਸਾ ਹੈ ਤਾਂ ਅੱਗੇ ਵਧੋ, ਨੋ ਪ੍ਰੋਬਲਮ। ਰਣਜੀਤ ਸਿੰਘ ਦਾ ਸੁਝਾਅ ਚੰਗਾ ਹੈ। ਇਹ ਰਣਜੀਤ ਸਿੰਘ ਤੇ ਨਿਰਭਰ ਕਰਦਾ ਹੈ ਕਿ ਉਹ ਸਕ੍ਰਿਪਟ ਲਿਖਣ 'ਚ ਕਿੰਨਾ ਸਮਾਂ ਲਗਾਏਗਾ। ਮੇਰਾ ਦਿਮਾਗ ਚੱਲਣਾ ਸ਼ੁਰੂ ਹੋ ਗਿਆ ਹੈ ਭਈ ਸਕ੍ਰਿਪਟ ਨੂੰ ਕਿਹੜਾ ਪ੍ਰਕਾਰ ਤੇ ਆਕਾਰ ਦੇਣਾ ਹੈ। ਬਸ ਤੁਸੀਂ ਚਿੰਤਾ ਨਾ ਕਰੋ, ਤੁਹਾਨੂੰ ਸਕ੍ਰਿਪਟ ਇਸੇ ਹਫਤੇ ਮਿਲ ਜਾਏਗੀ ਤੇ ਅਸੀਂ ਅਗਲੇ ਹਫਤੇ ਤੋਂ ਆਪਣੀ ਰਿਹਰਸਲ ਤੇ ਪ੍ਰੈਕਟਿਸ ਸ਼ੁਰੂ ਕਰ ਸਕਦੇ ਹਾਂ। ਦੇਖ ਰਣਜੀਤ ਸਿੰਘ ਦਾ ਦਿਮਾਗ ਭੱਜ ਰਿਹਾ ਹੈ। ਉਹ ਸਾਡੀ ਟੀਮ ਦਾ ਸ਼ੇਕਸਪੀਅਰ ਹੈ। ਸ਼ੇਕਸਪੀਅਰ ਦੇ ਨਾਲ-ਨਾਲ ਉਸ ਨੂੰ ਇੱਕ ਵਿਗਿਆਨ ਪ੍ਰਚਾਰਕ ਵੀ ਮੰਨ ਸਕਦੇ ਹੋ। ਓਕੇ ਠੀਕ ਹੈ, ਤਾਂ ਤੈਅ ਹੋ ਗਿਆ। ਇੱਕ ਵਾਰ ਫਿਰ ਤੋਂ ਗੁੱਡ ਬਾਏ, ਆਲ ਦ ਬੈਸਟ। ਬਾਏ Bye. ਐਂਡ ਹੈਵ ਅ ਨਾਈਸ ਟਾਈਮ। ਮੈਂ ਤੁਹਾਡਾ ਸਾਰਿਆਂ ਦਾ ਨੈਸ਼ਨਲ ਟੈਕ ਫੈਸਟੀਵਲ 'ਚ ਸਵਾਗਤ ਕਰਦੀ ਹਾਂ। ਪ੍ਰੀਲਿਮਿਨਰੀ, ਰੀਜਨਲ ਤੇ ਜ਼ੋਨਲ ਪੱਧਰ ਦੇ ਮੁਕਾਬਲਿਆਂ ਤੋਂ ਬਾਅਦ ਫਾਈਨਲ 'ਚ ਸਾਡੇ ਕੋਲ ਪੂਰੇ ਦੇਸ਼ ਤੋਂ 2 ਦਰਜਨ ਟੀਮਾਂ ਨੇ। ਹੁਣ ਮੈਂ ਸਵਾਗਤੀ ਭਾਸ਼ਣ ਦੇ ਲਈ ਪ੍ਰੋਫੈਸਰ ਅਮਨ ਨੂੰ ਸੱਦਾ ਦਿੰਦੀ ਹਾਂ। ਉਹ ਇਸ ਪ੍ਰੋਗਰਾਮ ਦੇ ਨੈਸ਼ਨਲ ਕੋਆਰਡੀਨੇਟਰ ਨੇ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਮੰਨੇ ਪ੍ਰਮੰਨੇ ਮਾਹਰ ਵੀ। ਆਰਟੀਫੀਸ਼ੀਅਲ ਇੰਟੈਲੀਜੈਂਸ ਵਿਸ਼ੇਸ਼ ਤੌਰ ਤੇ ਵਿਜ਼ਨ ਸਿਸਟਮ 'ਚ ਉਹਨਾਂ ਦੇ ਕੰਮ ਨੂੰ ਦੁਨੀਆ ਭਰ 'ਚ ਸਲਾਹਿਆ ਜਾਂਦਾ ਹੈ। ਹੈਲੋ, ਵਿਜ਼ਨ ਸਿਸਟਮ ਤੇ ਆਧਾਰਿਤ ਇਸ ਪ੍ਰੋਗਰਾਮ 'ਚ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਤੁਹਾਡੇ ਨਾਲ ਹੋਣਾ ਇੱਕ ਖੁਸ਼ੀ ਦਾ ਪਲ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਕਈ ਨਵੀਆਂ ਚੀਜ਼ਾਂ ਸਿੱਖੋਗੇ ਤੇ ਉਹਨਾਂ ਦਾ ਆਨੰਦ ਲਓਗੇ। ਦੁਨੀਆ ਬਦਲ ਰਹੀ ਹੈ। ਤੁਸੀਂ ਕੋਵਿਡ-19 ਦੇ ਦੌਰ 'ਚ ਇਹ ਵੇਖਿਆ ਹੀ ਹੈ ਤੇ ਮਹਿਸੂਸ ਵੀ ਕੀਤਾ ਹੋਵੇਗਾ। ਸਾਨੂੰ ਤੇਜ਼ੀ ਨਾਲ ਨਵੀਂ ਤਕਨੀਕ ਦੇ ਨਾਲ ਅੱਗੇ ਵਧਣਾ ਪਏਗਾ। ਇਹ ਗੱਲ ਵੱਖਰੀ ਹੈ ਕਿ ਅਸੀਂ ਬਣਾਉਟੀ ਬੁੱਧੀ ਦਾ ਇਸਤੇਮਾਲ ਕਰੋਨਾ ਦੌਰਾਨ ਇਲਾਜ ਵਾਸਤੇ, ਜਾਂਚ ਵਾਸਤੇ ਤੇ ਫਿਰ ਮ੍ਰਿਤਕ ਦੇਹਾਂ ਦੇ ਸੰਸਕਾਰ ਵਾਸਤੇ ਕੀਤਾ ਹੈ। ਪਰ ਜੋ ਵੀ ਹੋਵੇ, ਅਸੀਂ ਇਸ ਪ੍ਰੋਗਰਾਮ ਨੂੰ ਯਾਦਗਾਰ ਬਣਾਉਣ ਦੇ ਲਈ ਆਪਣਾ ਉੱਤਮ ਪ੍ਰਦਰਸ਼ਨ ਕੀਤਾ ਹੈ। ਇੱਥੇ ਤੁਹਾਨੂੰ ਦੇਸ਼ ਦੇ ਸਰਵੋਤਮ ਦਿਮਾਗ ਮਿਲਣਗੇ। ਤੇ ਹੁਣ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ। ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਪ੍ਰੋਫੈਸਰ ਸਾਹਿਬ, ਤੁਸੀਂ ਉਤਸ਼ਾਹ ਵਧਾਇਆ, ਤੁਹਾਡਾ ਬਹੁਤ-ਬਹੁਤ ਧੰਨਵਾਦ। ਡਾਕਟਰ ਅਮਨ ਦੇ ਮਨਪਸੰਦ ਦਾ ਫੀਲਡ ਬਹੁਤ ਵਿਸ਼ਾਲ ਅਤੇ ਦਿਲਚਸਪ ਹੈ। ਹੁਣ ਮੈਂ ਪਹਿਲੀ ਟੀਮ ਨੂੰ ਸਟੇਜ ਤੇ ਬੁਲਾਉਣਾ ਚਾਹਾਂਗੀ। ਪਲੀਜ਼ ਇਹਨਾਂ ਦਾ ਗਰਮ ਜੋਸ਼ੀ ਦੇ ਨਾਲ ਸਵਾਗਤ ਕਰੋ। ਉਹ ਦੇਖੋ ਬਈ। ਹੈਲੋ, ਗੁੱਡ ਮਾਰਨਿੰਗ। ਕੀ ਹਾਲ ਹੈ? ਤੁਹਾਡੀ ਹਾਸੀ ਕਿੰਨੀ ਖੂਬਸੂਰਤ ਹੈ। ਮੈਂ ਤੁਹਾਡੇ ਚਿਹਰੇ ਤੋਂ ਅੰਦਾਜ਼ਾ ਲਗਾ ਸਕਦਾ ਹਾਂ। ਵਾਓ ਯਾਰ, ਇਹ ਇੱਕ ਯੰਗ ਮੈਨ ਵਰਗਾ ਦਿਖਾਈ ਦਿੰਦਾ ਹੈ ਨਾ। ਮੈਂ ਜਵਾਨ ਹਾਂ ਅਤੇ ਹਮੇਸ਼ਾ ਜਵਾਨ ਹੀ ਰਹਾਂਗਾ। ਕੀ ਮੇਰੀ ਸਮਾਈਲ ਤੁਹਾਨੂੰ ਆਕਰਸ਼ਿਤ ਕਰਦੀ ਹੈ? ਬਈ ਹੈ ਤਾਂ ਸਾਡੇ ਤੋਂ ਅਲੱਗ, ਪਰ ਪਸੰਦ ਹੈ। ਹਾਸੀ ਇਹ ਸਭ ਤੋਂ ਵਧੀਆ ਤੋਹਫਾ ਹੈ। ਤੁਹਾਨੂੰ ਖੂਬਸੂਰਤ ਚਿਹਰਾ ਅਤੇ ਮੁਸਕਾਨ ਮਿਲੀ ਹੈ। ਮੈਂ ਤੁਹਾਡੇ ਵਾਂਗ ਹੱਸ ਸਕਦਾ ਹਾਂ ਪਰ ਆਨੰਦ ਨਹੀਂ ਲੈ ਸਕਦਾ। ਤੁਹਾਡੇ ਅਤੇ ਮੇਰੇ 'ਚ ਬਸ ਇਹੀ ਫਰਕ ਹੈ, ਪਰ ਮੈਂ ਆਸ਼ਾਵਾਦੀ ਹਾਂ। ਹੈਲੋ ਮਿਸਟਰ ਮਿੱਤਰਾ, ਲੁਕਿੰਗ ਸਮਾਰਟ। ਇਹ ਸਭ ਜਨਰੇਸ਼ਨ ਗੈਪ ਦੇ ਕਾਰਨ ਹੈ। ਜਨਰੇਸ਼ਨ ਗੈਪ? ਤੁਸੀਂ ਨਹੀਂ ਸਮਝ ਸਕਦੇ। ਮੈਂ ਆਪਣੀ ਪ੍ਰਜਾਤੀ ਦਾ ਸਭ ਤੋਂ ਨਵਾਂ ਮਾਡਲ ਹਾਂ। ਵਾਹ, ਹਮੇਸ਼ਾ ਪਹਿਲਾ। ਬਈ ਜਨਰੇਸ਼ਨ 'ਚ ਸਭ ਤੋਂ ਨਵਾਂ ਹੋਣ ਦਾ ਮਤਲਬ ਸਭ ਤੋਂ ਬੁੱਧੀਮਾਨ ਹੋਣਾ ਨਹੀਂ ਹੁੰਦਾ। ਤੇ ਮੈਂ ਵੀ ਤੇ ਆਪਣੇ ਮਾਪਿਓ ਦਾ ਸਾਰਿਆਂ ਤੋਂ ਛੋਟਾ ਬੇਟਾ। ਤੁਹਾਡੇ ਸਾਰਿਆਂ ਦੀ ਤੁਲਨਾ 'ਚ ਸਭ ਤੋਂ ਵੱਧ ਸਿਆਣਾ ਤੇ ਐਡਵਾਂਸ ਹਾਂ। ਤੁਹਾਡਾ ਕੀ ਮਤਲਬ ਹੈ ਜੈਂਟਲਮੈਨ? ਕਿਹੜਾ ਗੈਪ? ਮੈਂ ਤਾਂ ਅਜੇ ਵੀ ਆਪਣੇ ਸ਼ੁਰੂਆਤੀ ਚਰਨ 'ਚ ਹਾਂ। ਮਿਸਟਰ ਮਿੱਤਰਾ, ਸਾਡੇ ਪੀੜ੍ਹੀ ਦਰ ਪੀੜ੍ਹੀ ਵਿਕਾਸ ਨੇ ਹੀ ਸਾਨੂੰ ਬਣਾਇਆ ਹੈ ਤੇ ਅਸੀਂ ਤੁਹਾਨੂੰ ਬਣਾਇਆ ਹੈ। ਇਹ ਵੀ ਤਾਂ ਇੱਕ ਤਰ੍ਹਾਂ ਦਾ ਜਨਰੇਸ਼ਨ ਗੈਪ ਹੀ ਤਾਂ ਹੈ। ਅਸੀਂ ਵੀ ਅਜੇ ਵਿਕਸਿਤ ਹੋ ਰਹੇ ਹਾਂ ਤੇ ਉਵੇਂ ਤੁਸੀਂ ਵੀ। ਜਲਦੀ ਹੀ ਤੁਸੀਂ ਸਾਡੇ ਵਾਂਗ ਸ੍ਰੇਸ਼ਟ ਹੋ ਜਾਵੋਗੇ। ਮੈਂ ਜੋ ਹਾਂ ਸੋ ਹਾਂ, ਪਰ ਮੈਂ ਆਪਣੇ ਚਿਹਰੇ ਤੇ ਹਾਵ ਭਾਵ ਨਹੀਂ ਲਿਆ ਸਕਦਾ। ਨੋ ਪ੍ਰੋਬਲਮ ਮਿਸਟਰ ਮਿੱਤਰਾ, ਦਰਸ਼ਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ। ਉਹ ਤੁਹਾਡੀ ਮੁਸਕਰਾਹਟ ਨੂੰ ਇੰਜੋਏ ਕਰ ਰਹੇ ਨੇ। ਤੁਸੀਂ ਦਰਸ਼ਕਾਂ ਦੇ ਚਿਹਰੇ ਤੇ ਖੁਸ਼ੀ ਦਾ ਇਜ਼ਹਾਰ ਦੇਖ ਸਕਦੇ ਹੋ।
ਪਰ ਉਹ ਮੇਰੇ ਕੋਲ ਨਹੀਂ ਹੈ। ਕਾਸ਼ ਕਿ ਉਹ ਖੁਸ਼ੀ ਮੇਰੇ ਕੋਲ ਹੁੰਦੀ। ਓਕੇ ਜੈਂਟਲਮੈਨ, ਹੁਣ ਮੁੱਦੇ ਤੇ ਆਉਂਦੇ ਹਾਂ। ਮੈਂ ਆਪਣੇ ਟੀਮ ਮੈਂਬਰਾਂ ਦੇ ਨਾਲ ਤੁਹਾਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਵਿਜ਼ਨ ਸਿਸਟਮ ਦੀ ਨਵੀਂ ਦੁਨੀਆ ਵਿੱਚ ਲੈ ਕੇ ਜਾਵਾਂਗੀ। ਮਿਸ ਸੁਰਜੀਤ ਕੌਰ, ਤੁਸੀਂ ਭੁੱਲ ਰਹੇ ਹੋ ਮੈਂ ਵੀ ਤੁਹਾਡੀ ਟੀਮ ਦਾ ਇੱਕ ਮੈਂਬਰ ਹਾਂ। ਮਿਸਟਰ ਮਿੱਤਰਾ ਸਾਰਿਆਂ ਦੇ ਰਾਜ਼ ਤੇ ਜਨਮ ਕੁੰਡਲੀ ਜਾਣਦੇ ਐ। ਦੋਸਤ ਮਿੱਤਰਾ, ਅਸੀਂ ਬਹੁਤੇ ਤੁਹਾਡੀ ਸਮਰੱਥਾ ਤੋਂ ਅਣਜਾਣ ਹਾਂ, ਯਾਨੀ ਤੁਹਾਡੀ ਜਨਮ ਕੁੰਡਲੀ ਤੋਂ। ਕੇਵਲ ਮੇਰੀ ਹੀ ਜਨਮ ਕੁੰਡਲੀ ਨਹੀਂ, ਮੈਂ ਤਾਂ ਤੁਹਾਡੇ ਜੁੱਤੇ ਦੀ ਕੁੰਡਲੀ ਵੀ ਦੱਸ ਸਕਦਾ ਹਾਂ। ਪਿਆਰੇ ਮਿੱਤਰਾ, ਮੈਂ ਕੁਝ ਸਮਝਿਆ ਨਹੀਂ। ਤੁਹਾਡੇ ਬੂਟ ਬ੍ਰਾਂਡਡ ਅਤੇ ਅਸਲੀ ਦਿਖਾਈ ਦਿੰਦੇ ਹਨ, ਪਰ ਅਸਲੀਅਤ ਵਿੱਚ ਅਜਿਹਾ ਹੈ ਨਹੀਂ। ਮੇਰੀਆਂ ਅੱਖਾਂ ਰਾਡਾਰ ਤੋਂ ਵੀ ਤੇਜ਼ ਹਨ। ਪਰ ਕੰਜ਼ਿਊਮਰ ਲਈ ਤਾਂ ਇਹ ਬਹੁਤ ਵੱਡੀ ਪਰੇਸ਼ਾਨੀ ਹੈ। ਮੇਰੇ ਕੋਲ ਤੁਹਾਡੀ ਸਮੱਸਿਆ ਦਾ ਹੱਲ ਹੈ। ਪਿਆਰੇ ਮਿੱਤਰਾ, ਪਿਛਲੇ ਹਫਤੇ ਮੈਂ ਇੱਕ ਕੰਪਨੀ ਦੀ ਦੁਕਾਨ ਤੋਂ ਮੋਬਾਈਲ ਖਰੀਦਿਆ ਸੀ ਜਿਹੜਾ ਠੀਕ ਤਰ੍ਹਾਂ ਕੰਮ ਹੀ ਨਹੀਂ ਕਰ ਰਿਹਾ ਸੀ। ਤੇ ਇਹਦੇ 'ਚ ਕੀ ਮੁਸ਼ਕਲ ਹੈ? ਦੁਕਾਨ ਦੇ ਮਾਲਕ ਤੋਂ ਦੁਬਾਰਾ ਮੋਬਾਈਲ ਮੰਗ ਲਓ। ਵੈਸੇ ਮੇਰੇ ਪਰਸਨਲ ਐਕਸਪੀਰੀਅੰਸ ਅਨੁਸਾਰ ਇਸ 'ਚ ਕਾਫੀ ਮੁਸ਼ਕਿਲ ਆਉਂਦੀ ਹੈ। ਦੁਕਾਨਦਾਰ ਤੁਹਾਨੂੰ ਮੁਰੰਮਤ ਲਈ ਮੋਬਾਈਲ ਛੱਡ ਕੇ ਜਾਣ ਲਈ ਆਖੇਗਾ। ਇਹ ਇਕੱਲੀ ਮੇਰੀ ਨਹੀਂ, ਸਾਰੇ ਗਾਹਕਾਂ ਦੀ ਸਮੱਸਿਆ ਹੈ। ਮਾਲਕ ਗੰਭੀਰ ਹੀ ਨਹੀਂ ਹੈ। ਉਹ ਖੁਦ ਉਲਝਣ 'ਚ ਸੀ ਕਿ ਇੰਨੇ ਸਾਰੇ ਗਾਹਕ ਇੱਕ ਹੀ ਸਮੱਸਿਆ ਦਾ ਸਾਹਮਣਾ ਕਿਉਂ ਕਰ ਰਹੇ ਨੇ। ਬਹੁਤ ਆਸਾਨ ਹੈ, ਬਹਾਨਾ ਬਣਾਉਣ ਦਾ ਰਵੱਈਆ, ਚੱਲ ਜਾਵੇਗਾ ਵਾਲੀ ਪਹੁੰਚ। ਇਹ ਸੰਭਵ ਨਹੀਂ ਅਤੇ ਅਜਿਹਾ ਨਹੀਂ ਹੋਵੇਗਾ। ਬਹੁਤ ਛੇਤੀ ਮੈਂ ਇੱਕ ਪਬਲਿਕ ਕੈਂਪੇਨ ਸ਼ੁਰੂ ਕਰਨ ਜਾ ਰਹੀ ਹਾਂ ਤੇ ਇਹਦੇ ਲਈ ਇੱਕ ਡਾਕੂਮੈਂਟਰੀ ਬਣਾਉਣ ਵਿੱਚ ਵਿਅਸਤ ਹਾਂ। ਦਰਅਸਲ ਫੈਕਟਰੀ 'ਚ ਪ੍ਰੋਡਕਟਸ ਬਹੁਤ ਵੱਡੀ ਸੰਖਿਆ 'ਚ ਬਣਾਏ ਜਾਂਦੇ ਆ ਤੇ ਕਦੇ-ਕਦੇ ਗਲਤੀ ਨਾਲ ਡਿਫੈਕਟਡ ਪੀਸ ਗਾਹਕ ਕੋਲ ਪਹੁੰਚ ਜਾਂਦੇ ਆ। ਬਿਲਕੁਲ ਸਹੀ ਰਕੇਸ਼। ਬਈ ਸਾਡੇ ਕੋਲ ਵੀ ਤਾਂ ਬਹੁਤ ਸਾਰੇ ਜਿਹੇ ਡਿਫੈਕਟਿਵ ਪੀਸ ਨੇ। ਓਕੇ ਸੁਰਜੀਤ ਕੌਰ, ਤੁਸੀਂ ਪਬਲਿਕ ਕੈਂਪੇਨ ਦੀ ਗੱਲ ਆਖ ਰਹੇ ਸੀ। ਮੈਂ ਆਪਣੇ ਵਿਜ਼ਨ ਸਿਸਟਮ ਨਾਲ ਤੁਹਾਡੀ ਸਮੱਸਿਆ ਹੱਲ ਕਰ ਸਕਦਾ ਹਾਂ। ਓ ਗ੍ਰੇਟ! ਸਾਡੀ ਸਰਕਾਰ ਨੇ ਉਪਭੋਗਤਾ ਸੁਰੱਖਿਆ ਕਾਨੂੰਨ ਦੇ ਤਹਿਤ ਸਾਨੂੰ ਕਈ ਅਧਿਕਾਰ ਦਿੱਤੇ ਨੇ। ਅਸੀਂ ਆਪਣੇ ਅਧਿਕਾਰਾਂ ਦੇ ਲਈ ਦੁਕਾਨਦਾਰ ਅਤੇ ਨਿਰਮਾਤਾ ਤੇ ਦਬਾਅ ਬਣਾ ਸਕਦੇ ਹਾਂ। ਪਰ ਸਾਡੇ ਲਈ ਤਾਂ ਇਹ ਪਹਿਚਾਣ ਕਰਨਾ ਬਹੁਤ ਮੁਸ਼ਕਲ ਹੈ ਵੀ ਕਿਹੜਾ ਪੀਸ ਚੰਗਾ ਹੈ ਤੇ ਕਿਹੜਾ ਖਰਾਬ। ਤਾਂ ਕੋਈ ਗੱਲ ਨਹੀਂ, ਸਾਡਾ ਮਿੱਤਰ ਇੱਥੇ ਹੈ, ਮੇਰਾ ਮਤਲਬ ਮਿੱਤਰਾ ਇੱਥੇ ਹੈ। ਇਸ ਦਾ ਵਿਜ਼ਨ ਸਿਸਟਮ ਕਿਸੇ ਰਡਾਰ ਤੋਂ ਘੱਟ ਨਹੀਂ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਤਕਨੀਕ ਕਈ ਉਦਯੋਗਾਂ 'ਚ ਵਿਜ਼ਨ ਐਪਲੀਕੇਸ਼ਨ ਦੇ ਖੇਤਰ ਵਿੱਚ ਆਪਣੀ ਥਾਂ ਬਣਾ ਰਹੀ ਹੈ। ਬਿਲਕੁਲ ਸਹੀ। ਮੇਰਾ ਥਰਡ ਸੈਂਸਰ ਕਹਿੰਦਾ ਹੈ ਕਿ ਇਸ ਵਿੱਚ ਨਵੀਂ ਤਕਨੀਕ ਵਿਜ਼ਨ ਸਿਸਟਮ ਵਿੱਚ ਸਾਰੀਆਂ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੁੱਲ੍ਹ ਰਹੇ ਹਨ। ਹਾਂ, ਸ਼ੁਰੂ ਵਿੱਚ ਇਹ ਦ੍ਰਿਸ਼ੀ ਪ੍ਰਣਾਲੀ ਮਸ਼ੀਨ ਲਰਨਿੰਗ ਅਤੇ ਨਿਊਰਲ ਨੈਟਵਰਕ ਦੇ ਰੂਪ ਵਿੱਚ ਆਉਂਦੀ ਹੈ, ਜਿਹੜੀ ਵਿਜ਼ਨ ਸਿਸਟਮ ਦੀ ਮਦਦ ਕਰਦੀ ਹੈ। ਹੁਣ ਆਇਆ ਊਠ ਪਹਾੜ ਦੇ ਹੇਠਾਂ। ਮੈਂ ਇਹੀ ਤਾਂ ਆਖ ਰਿਹਾ ਸੀ ਤੇ ਮਿਸਟਰ ਮਿੱਤਰਾ ਉਸੇ ਨੂੰ ਤਾਂ ਦੁਹਰਾ ਰਹੇ ਆ। ਜੋ ਮੈਂ ਆਖ ਰਿਹਾ ਹਾਂ ਉਹ ਤੱਥਾਂ ਤੇ ਆਧਾਰਿਤ ਹੈ ਅਤੇ AI ਦੁਆਰਾ ਸਪੋਰਟਡ ਹੈ। ਮੇਰਾ ਵਿਜ਼ਨ ਸਿਸਟਮ ਇਸ ਨੂੰ ਜਸਟੀਫਾਈ ਵੀ ਕਰਦਾ ਹੈ। ਬਿਲਕੁਲ, ਵਿਜ਼ਨ ਸਿਸਟਮ ਨੂੰ AI ਦੀ ਸਹਾਇਤਾ ਦੇ ਨਾਲ ਕਈ ਤਰੀਕਿਆਂ ਨਾਲ ਵਰਤਿਆ ਜਾ ਸਕਦਾ ਹੈ ਤੇ ਉਹਨਾਂ ਚੋਂ ਇੱਕ ਹੈ ਇਨਸਪੈਕਸ਼ਨ ਐਪਲੀਕੇਸ਼ਨ। ਮੇਰੀ ਤੀਜੀ ਅੱਖ ਉਸੇ ਦੇ ਲਈ ਹੀ ਕੰਮ ਕਰਦੀ ਹੈ। ਹਾਂ, ਤੇ ਬਹੁਤ ਉਸਤਾਦ ਹੈ ਤੀਜੀ ਅੱਖ, ਪਰ ਉਹ ਹੈ ਕਿੱਥੇ? ਮੇਰਾ ਦਿਮਾਗ ਗਲਤੀਆਂ ਨੂੰ ਫੜਨ ਦੇ ਲਈ ਮਸ਼ੀਨ ਲਰਨਿੰਗ ਦੀ ਮਦਦ ਲੈਂਦਾ ਹੈ। ਤੁਸੀਂ ਨਹੀਂ, ਬਲਕਿ ਮੈਂ ਖੁਦ ਹੀ ਆਪਣੀ ਜਨਮ ਕੁੰਡਲੀ ਨੂੰ ਜਾਣਦਾ ਹਾਂ। ਸਾਰਾ ਕੱਚਾ ਚਿੱਠਾ ਖੋਲ ਕੇ ਰੱਖ ਦੇਵਾਂਗਾ। ਹਾਂ ਮਿਸਟਰ ਮਿੱਤਰਾ, ਕੀ ਤੁਸੀਂ ਦੁਕਾਨ ਦੇ ਨੁਕਸਦਾਰ ਪੀਸ ਪਛਾਣਨ 'ਚ ਮੇਰੀ ਮਦਦ ਕਰੋਗੇ? ਹਾਂ, ਮੈਂ ਆਪਣੇ ਰੈਕੋਗਨੀਸ਼ਨ ਸਕਿੱਲ ਨਾਲ ਨੁਕਸਦਾਰ ਪੀਸ ਨੂੰ ਪਹਿਚਾਣ ਲਵਾਂਗਾ। ਹਾਏ ਰੱਬਾ, ਖਤਰਨਾਕ ਸ਼ੈ ਹੈ। ਬਿਲਕੁਲ। ਪਰ ਮਿਸਟਰ ਮਿੱਤਰਾ, ਮੈਨੂੰ ਪਤਾ ਲੱਗਿਆ ਕਿ ਜਾਪਾਨ 'ਚ ਅਸੀਮੋ ਨਾਮ ਦਾ ਤੁਹਾਡਾ ਇੱਕ ਮਤਰੇਆ ਭਰਾ ਵੀ ਹੈ। ਉਹ ਆਪਣੇ ਨੇੜੇ ਤੇੜੇ ਦੀ ਜਾਣਕਾਰੀ ਤੇ ਮੁਕੰਮਲ ਸੂਚਨਾ ਲੈਣ ਵਾਸਤੇ ਕੈਮਰੇ ਦਾ ਲਗਾਤਾਰ ਇਸਤੇਮਾਲ ਕਰਦਾ ਹੈ। ਮੈਂ ਵੀ ਉਸ ਨੂੰ ਮਿਲਣ ਦੀ ਉਡੀਕ ਕਰ ਰਿਹਾ ਹਾਂ। ਤੁਹਾਡੀ ਉਡੀਕ ਖਤਮ ਹੋਈ। ਤੁਹਾਡੀ ਜਨਮ ਕੁੰਡਲੀ ਕੱਢਣ ਦਾ ਦਿਨ ਆ ਰਿਹਾ ਹੈ। ਮੈਂ ਵੀ ਕਿਤੇ ਪੜ੍ਹਿਆ ਸੀ ਕਿ ਇਹ ਉਪਕਰਨ ਸਮਾਰਟ ਕੈਮਰੇ ਦਾ ਇਸਤੇਮਾਲ ਆਪਣੀਆਂ ਅੱਖਾਂ ਦੇ ਰੂਪ 'ਚ ਕਰਦਾ ਹੈ। ਕੈਮਰਾ ਨਾ ਕਹੋ, ਇਹ ਸਾਡੀਆਂ ਛੋਟੀਆਂ ਅੱਖਾਂ ਹਨ ਜਿਹੜੀਆਂ ਸ਼ਾਨਦਾਰ ਪ੍ਰਦਰਸ਼ਨ ਕਰਦੀਆਂ ਰਹਿੰਦੀਆਂ ਹਨ। ਹਾਂਜੀ, ਸਮਝ ਗਏ ਸਾਰੇ? ਬਿਲਕੁਲ ਸਮਝ ਗਏ। ਤੁਸੀਂ ਠੀਕ ਤਾਂ ਹੋ ਕਿ ਤੁਹਾਨੂੰ ਗਿਆਨ ਹੈ ਕਿ HM ਵਿਜ਼ਨ ਸਿਸਟਮ ਦਾ ਇਸਤੇਮਾਲ ਕਰਕੇ ਚਾਰੇ ਪਾਸੇ ਇਸ ਨੂੰ ਲਗਾਇਆ ਜਾ ਸਕਦਾ ਹੈ। ਮੇਰੇ ਖਿਆਲ ਵਿੱਚ ਵਿਜ਼ਨ ਸਿਸਟਮ ਨਾਲ ਡਿਫੈਕਟਿਵ ਪੀਸ ਨੂੰ ਲੱਭਣ ਵਿੱਚ ਆਸਾਨੀ ਹੋ ਜਾਵੇਗੀ। ਕਿਉਂ ਮਿਸਟਰ ਮਿੱਤਰਾ? AI ਵਿਜ਼ਨ ਸਿਸਟਮ ਦੀ ਸਮਰੱਥਾ ਨੂੰ ਵਧਾਉਂਦੀ ਹੈ, ਮੈਨੂੰ ਜ਼ਿਆਦਾ ਸਮਾਰਟ ਅਤੇ ਲਚੀਲਾ ਬਣਾਉਂਦੀ ਹੈ
ਅਤੇ ਇਹ ਮੇਰੇ ਖੁਦ ਦੀਆਂ ਯੋਗਤਾਵਾਂ ਨੂੰ ਲਗਾਤਾਰ ਸੁਧਾਰਦੀ ਰਹਿੰਦੀ ਹੈ। ये जैसा नाम तैसा काम। ਤੁਸੀਂ ਸੁਣ ਰਹੇ ਸੀ ਵਿਗਿਆਨ ਲੜੀਵਾਰ ਆਉਣ ਵਾਲਾ ਕੱਲ ਦੀ 12ਵੀਂ ਕੜੀ। ਮੂਲ ਲੇਖਨ ਡਾਕਟਰ ਆਰ.ਐਸ. ਯਾਦਵ, ਲੜੀਵਾਰ ਸੰਯੋਜਕ ਡਾਕਟਰ ਬੀ.ਕੇ. ਤਿਆਗੀ, ਪੰਜਾਬੀ ਰੂਪਾਂਤਰ ਤੇ ਖੋਜ ਭਾਰਤ ਗਿਆਨ ਵਿਗਿਆਨ ਸੰਮਤੀ ਪੰਜਾਬ ਤੇ ਚੰਡੀਗੜ੍ਹ। ਹਿੱਸਾ ਲੈਣ ਵਾਲੇ ਕਲਾਕਾਰ ਤੇਜਪਾਲ ਸਿੰਘ, ਸੁਰਜੀਤ ਕੌਰ, ਸ਼ਾਇਨਾ ਬੱਤਾ, ਪੰਕਜ, ਅਮਿਤ ਸ਼ਰਮਾ ਤੇ ਗੁਰਵਿੰਦਰ ਸਿੰਘ। ਵਿਸ਼ੇਸ਼ ਸਹਿਯੋਗ ਸਰਬਜੀਤ ਰਿਸ਼ੀ, ਪੇਸ਼ਕਸ਼ ਗੁਰਵਿੰਦਰ ਸਿੰਘ ਤੇ ਅਮਨਦੇਵ ਜੋਸ਼ੀ।